ਪਾਠ ਨੰਬਰ 10 ਦਿੱਲੀ ਸਲਤਨਤ। ਭਾਰਤੀ ਇਤਿਹਾਸ ਵਿੱਚ 1206 ਈਸਵੀ ਤੋਂ 1526 ਈਸਵੀ ਤੱਕ ਦੇ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਗੁਲਾਮ ਵੰਸ਼ ਜਾਂ ਦਾਸ ਵੰਸ਼ ਨੰਬਰ 1, ਨੰਬਰ 2 ਖਿਲਜੀ ਵੰਸ਼, ਨੰਬਰ 3 ਤੁਗਲਕ ਵੰਸ਼, ਨੰਬਰ 4 ਸੈਯਦ ਵੰਸ਼, ਨੰਬਰ 5 ਲੋਧੀ ਵੰਸ਼। ਤਾਂ ਕੁੱਲ ਕਿੰਨੇ ਵੰਸ਼ ਹੋ ਗਏ? 5 ਦੇ ਸ਼ਾਸਕਾਂ ਨੇ ਦਿੱਲੀ 'ਤੇ ਰਾਜ ਕੀਤਾ। ਇਲਤੁਤਮਿਸ਼, ਬਲਬਨ, ਅਲਾਉਦੀਨ ਖਿਲਜੀ, ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਦੇ ਮਹਾਨ ਸੁਲਤਾਨ ਸਨ। ਦਿੱਲੀ ਸਲਤਨਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੁਝ ਪ੍ਰਮੁੱਖ ਇਤਿਹਾਸਿਕ ਸਰੋਤ ਹੇਠ ਲਿਖੇ ਹਨ। ਜਿਵੇਂ ਕਿ ਸਾਨੂੰ ਪਤਾ, ਅਸੀਂ ਪ੍ਰਾਚੀਨ ਕਾਲ ਬਾਰੇ ਕੀਤਾ ਪਹਿਲਾਂ, ਵੈਦਿਕ ਕਾਲ, ਉੱਤਰ ਵੈਦਿਕ, ਫਿਰ ਕੀਤਾ ਅਸੀਂ ਨੇ ਮੌਰਿਆ ਕਾਲ, ਫਿਰ ਮੌਰਿਆ ਕਾਲ ਤੋਂ ਪਹਿਲਾਂ ਵਾਲੇ, ਬਾਅਦ ਵਾਲੇ, ਫਿਰ ਗੁਪਤ ਵੰਸ਼, ਫਿਰ ਕੀਤਾ ਸੀ ਅਸੀਂ ਨੇ ਥੋੜ੍ਹਾ ਜਿਹਾ ਦੱਖਣੀ ਭਾਰਤ ਬਾਰੇ, ਫਿਰ ਹਰਸ਼ਵਰਧਨ ਬਾਰੇ, ਫਿਰ ਦੱਖਣੀ ਭਾਰਤ ਦੇ ਥੋੜ੍ਹੇ ਜਿਹੇ ਖੇਤਰਾਂ ਬਾਰੇ। ਇਹ ਸਾਰਾ ਕੁਛ ਅਸੀਂ ਪਹਿਲਾਂ ਕੀਤਾ ਸੀਗਾ 6ਵੀਂ ਕਲਾਸ ਦੇ ਇਤਿਹਾਸ 'ਚ। ਫਿਰ 7ਵੀਂ 'ਚ ਅਸੀਂ ਕੀਤਾ ਸੀਗਾ ਉੱਤਰੀ ਭਾਰਤ ਵਿੱਚ ਰਾਜਪੂਤਾਂ ਬਾਰੇ, ਪ੍ਰਿਥਵੀ ਰਾਜ ਚੌਹਾਨ ਬਾਰੇ ਕੀਤਾ। 1191 ਈਸਵੀ ਵਿੱਚ ਮੁਹੰਮਦ ਗੌਰੀ ਫਸਟ ਬੈਟਲ ਆਫ ਤਰਾਇਨ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਤੋਂ ਹਾਰ ਗਿਆ ਸੀ ਅਤੇ 1192 ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਮੁਹੰਮਦ ਗੌਰੀ ਨੇ ਦਿੱਲੀ ਦੇ, ਕਿਉਂਕਿ ਉਹ ਅਜਮੇਰ ਦੇ ਖੇਤਰਾਂ ਵਿੱਚ ਸ਼ਾਸਨ ਕਰਦਾ ਸੀ, ਤਾਂ ਦਿੱਲੀ ਦੇ ਕੋਲ ਦੇ ਖੇਤਰਾਂ ਵਿੱਚ ਮੁਹੰਮਦ ਗੌਰੀ ਨੇ ਆਪਣੇ ਪੈਰ ਪਾ ਲਏ ਸਨ। ਫਿਰ ਕਿਉਂਕਿ ਜਿਹੜਾ ਮਹਿਮੂਦ ਗਜ਼ਨਵੀ ਸੀ, ਉਹ ਤਾਂ ਸਿਰਫ ਭਾਰਤ ਦੇ ਉੱਤੇ ਉਸਨੇ 17 ਹਮਲੇ ਕੀਤੇ ਸਨ। ਉਸਨੇ 17 ਹਮਲੇ ਕੀਤੇ ਸਨ। ਤਾਂ ਉਸਦੇ ਜੋ ਹਮਲੇ ਸੀਗੇ, ਉਹਨਾਂ ਦੇ ਹਮਲਿਆਂ ਦਾ ਉਦੇਸ਼ ਸੀ ਸਿਰਫ ਭਾਰਤ ਦੇ ਵਿੱਚੋਂ ਧਨ ਦੌਲਤ ਦੀ ਲੁੱਟ ਕਰਨਾ। ਪਰ ਜਿਹੜਾ ਮੁਹੰਮਦ ਗੌਰੀ ਸੀ, ਉਸਨੇ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ 1194 ਵਿੱਚ ਉਸਨੇ ਜੈ ਚੰਦ ਰਾਠੌਰ ਨੂੰ ਹਰਾਇਆ ਸੀਗਾ ਛੰਦਵਾੜ ਜਾਂ ਚੰਦਵਾੜ ਦੀ ਲੜਾਈ 'ਚ। ਇਸ ਤਰ੍ਹਾਂ ਫਿਰ ਉੱਤਰੀ ਭਾਰਤ ਵਿੱਚ ਇੱਕ ਵਾਰ ਤੁਰਕਾਂ ਦਾ ਰਾਜ ਸਥਾਪਿਤ ਹੋ ਗਿਆ ਸੀ। ਜੋ ਪ੍ਰਾਚੀਨ ਇਤਿਹਾਸ ਸੀ, ਉਸ ਸਮੇਂ ਅਸੀਂ ਕਹਿੰਦੇ ਸੀ ਵੀ ਹਿੰਦੂ ਰਾਜ ਸਥਾਪਿਤ ਸੀ ਭਾਰਤ ਵਿੱਚ। ਜਿਹੜਾ ਮੱਧ ਕਾਲ ਹੈਗਾ, ਉਸ ਨੂੰ ਕਿਹਾ ਜਾਂਦਾ ਮੁਸਲਿਮ ਰਾਜ। ਅਤੇ ਤੁਰਕਾਂ ਦਾ ਰਾਜ ਸਥਾਪਿਤ ਹੋ ਗਿਆ। ਪਰ ਮੁਹੰਮਦ ਗੌਰੀ ਨੇ ਕੀ ਕੀਤਾ? ਉਹਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ। ਪਰ ਦਿੱਲੀ ਵਿੱਚ ਅਧਿਕਾਰ ਕਰਨ ਤੋਂ ਬਾਅਦ ਭਾਵੇਂ ਤੁਰਕ ਸਾਮਰਾਜ ਦੇ ਪੈਰ ਦਿੱਲੀ ਦੇ ਵਿੱਚ, ਭਾਰਤ ਦੇ ਵਿੱਚ ਮੁਹੰਮਦ ਗੌਰੀ ਨੇ ਪਾਏ ਸਨ, ਪਰ ਅੱਗੇ ਜੋ ਤੁਰਕ ਰਾਜ ਸਥਾਪਿਤ ਕਰਨ ਦਾ ਅਸਲ ਸਿਹਰਾ ਜਾਂਦਾ, ਉਹ ਜਾਂਦਾ ਗਾ ਕੁਤਬੁਦੀਨ ਐਬਕ ਨੂੰ, ਜੋ ਅਸੀਂ ਅੱਗੇ ਪੜ੍ਹਾਂਗੇ। ਤਾਂ ਸੁਲਤਾਨ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸ਼ਾਸਕ। ਜਿਵੇਂ ਅਸੀਂ ਪ੍ਰਾਚੀਨ ਇਤਿਹਾਸ ਵਿੱਚ ਰਾਜਾ ਸ਼ਬਦ ਵਰਤਦੇ ਹਾਂ, ਰਾਜਾ ਜਾਂ ਰਾਜਨ, ਤਾਂ ਇਸ ਤਰ੍ਹਾਂ ਜੋ ਸੁਲਤਾਨ ਸ਼ਬਦ ਹੈਗਾ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸ਼ਾਸਕ, ਭਾਵ ਉਹੀ ਰਾਜਾ ਅਰਬੀ ਭਾਸ਼ਾ ਦਾ ਸ਼ਬਦ ਹੈ। ਇਤਿਹਾਸਿਕ ਸਰੋਤ: ਵੱਖ-ਵੱਖ ਦਰਬਾਰੀ ਬਿਰਤਾਂਤ, ਯਾਤਰੀਆਂ ਦੇ ਲੇਖ ਅਤੇ ਇਤਿਹਾਸਿਕ ਇਮਾਰਤਾਂ ਦਿੱਲੀ ਸਲਤਨਤ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਪ੍ਰਮੁੱਖ ਇਤਿਹਾਸਿਕ ਸਰੋਤ ਹਨ। ਵਿਦੇਸ਼ੀ ਯਾਤਰੀ: ਜਿਵੇਂ ਮੋਰੱਕੋ ਦਾ ਪ੍ਰਸਿੱਧ ਯਾਤਰੀ ਇਬਨ ਬਤੂਤਾ। ਮੋਰੱਕੋ ਇੱਕ ਦੇਸ਼, ਜੋ ਮੋਰੱਕੋ ਹੈ, ਇਹ ਅਫਰੀਕਾ ਦੇ ਵਿੱਚ ਹੈ। ਅਫਰੀਕਾ ਦਾ ਯਾਤਰੀ ਸੀ ਇਬਨ ਬਤੂਤਾ, ਅਤੇ ਉਹ ਅਸੀਂ ਅੱਗੇ ਕਰਾਂਗੇ ਵੀ ਕਿਸ ਦੇ ਰਾਜਕਾਲ ਦੇ ਸਮੇਂ ਇਹ ਆਇਆ ਸੀ। ਇਹ ਸਾਰਾ ਕੁਛ ਅਸੀਂ ਪੜ੍ਹਾਂਗੇ ਹੌਲੀ ਹੌਲੀ ਕਰਦੇ। ਮੋਰੱਕੋ ਦਾ ਪ੍ਰਸਿੱਧ ਯਾਤਰੀ ਇਬਨ ਬਤੂਤਾ ਅਤੇ ਮਾਰਕ ਪੋਲੋ। ਜੋ ਮਾਰਕ ਪੋਲੋ ਸੀਗਾ, ਇਹ ਸੀ ਇਟਲੀ ਦੇ ਵੈਨਸੀ ਦਾ, ਇਹ ਸੀ ਇਟਲੀ ਦੇ ਵੈਨਸੀ ਸ਼ਹਿਰ ਦਾ ਸੀਗਾ। ਇਹ ਯਾਦ ਰੱਖਣਾ, ਜੋ ਮਾਰਕ ਪੋਲੋ ਸੀਗਾ, ਮਾਰਕ ਪੋਲੋ, ਇਹ ਸੀ ਇਟਲੀ ਦੇ ਵੈਨਸੀ ਸ਼ਹਿਰ ਦਾ। ਅਤੇ ਜੋ ਮੋਰੱਕੋ ਹੈਗਾ ਅਫਰੀਕਾ 'ਚ, ਇਬਨ ਬਤੂਤਾ ਅਸੀਂ ਕੀਤਾ ਸੀ। ਜੋ ਮਾਰਕ ਪੋਲੋ ਸੀਗਾ, ਇਸ ਨੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਸੀਗੀ, ਇਹ ਅਸੀਂ ਪਹਿਲਾਂ ਕਰ ਚੁੱਕੇ ਹਾਂ। ਆਦਿ ਵਿਦੇਸ਼ੀ ਯਾਤਰੀ ਜਿਨ੍ਹਾਂ ਨੇ ਇਸ ਕਾਲ ਦੌਰਾਨ ਭਾਰਤ ਦੀ ਯਾਤਰਾ ਕੀਤੀ ਸੀ, ਉਹਨਾਂ ਨੇ ਦਿੱਲੀ ਦੇ ਵੱਖ-ਵੱਖ ਸੁਲਤਾਨਾਂ ਦੀਆਂ ਸ਼ਖਸੀਅਤ ਅਤੇ ਭਿੰਨ-ਭਿੰਨ ਖੇਤਰਾਂ ਦੀ ਜਾਣਕਾਰੀ ਸੰਬੰਧੀ ਲੇਖ ਲਿਖੇ ਸਨ। ਜਿਵੇਂ ਹਿਊਨ ਸਾਂਗ ਆਇਆ ਸੀਗਾ, ਅਸੀਂ ਕਿਤੇ ਸੀ ਹਿਊਨ ਸਾਂਗ ਬਾਰੇ,
ਉਹ ਆਇਆ ਸੀਗਾ ਹਰਸ਼ਵਰਧਨ ਦੇ ਸ਼ਾਸਨ 'ਚ। ਫਿਰ 641 ਈਸਵੀ 'ਚ ਗਿਆ ਸੀ ਉਹ ਚਲੁਕਿਆ ਪੁਲਕੇਸ਼ਨ ਦੂਸਰੇ ਦੇ ਸਮੇਂ। ਫਿਰ 642 'ਚ ਗਿਆ ਸੀ ਉਹ ਪੱਲਵਾਂ ਦੇ ਰਾਜ 'ਚ। ਇਸੇ ਤਰ੍ਹਾਂ ਜੋ ਮਾਰਕ ਪੋਲੋ ਸੀਗਾ, ਇਸ ਨੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਸੀਗੀ। ਮੋਰੱਕੋ ਦਾ ਜੋ ਮੋਰੱਕੋ ਹੈ ਇਹ ਅਫਰੀਕਾ ਦੇ ਵਿੱਚ ਹੈ। ਇੱਥੋਂ ਈਬਨ ਬਤੂਤਾ ਸੀਗਾ। ਈਬਨ ਬਤੂਤਾ ਨੇ ਮੁਹੰਮਦ ਬਿਨ ਤੁਗਲਕ ਦੇ ਰਾਜ ਸਮੇਂ ਯਾਤਰਾ ਕੀਤੀ ਸੀ। ਇਸੇ ਤਰ੍ਹਾਂ ਅਸੀਂ ਕੱਲ੍ਹ ਕੀਤਾ ਸੀਗਾ ਅਬਦੁਲ ਰਜ਼ਾਕ। ਜੋ ਅਬਦੁਲ ਰਜ਼ਾਕ ਸੀਗਾ ਉਸਨੇ ਵਿਜੇਨਗਰ ਸਮਰਾਜ ਦੇ ਬਾਰੇ ਲਿਖਿਆ ਸੀ। ਦਰਬਾਰੀ ਬਿਰਤਾਂਤ, ਤੁਗਲਕਨਾਮਾ, ਤਰੀਕ-ਏ-ਇਲਾਹੀ, ਤਰੀਕ-ਏ-ਫਿਰੋਜ਼ਸ਼ਾਹੀ, ਫਤੂਆ ਫਿਰੋਜ਼ਸ਼ਾਹੀ, ਤਰੀਕ-ਏ-ਮੁਬਾਰਕਸ਼ਾਹੀ ਅਤੇ ਮਕਸਦੀ-ਏ-ਅਫਗਾਨ ਆਦਿ ਬਿਰਤਾਂਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਅਤੇ ਪ੍ਰਮੁੱਖ ਘਟਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ। ਜਿਹੜਾ ਇਹ ਸਾਰੀਆਂ ਕਿਤਾਬਾਂ ਨੇਗੀਆਂ, ਇਹ ਜੀਵਨੀਆਂ ਨੇ, ਸਵੈ ਜੀਵਨੀਆਂ ਨੇ। ਇਹ ਸਾਰੀਆਂ ਤੁਗਲਕਨਾਮਾ, ਤਰੀਕ-ਏ-ਇਲਾਹੀ, ਇਹਨਾਂ ਦੇ ਇਕੱਲੇ ਦਾ ਕਿਹਦੇ ਬਾਰੇ ਲਿਖਿਆ ਸੀਗਾ, ਇਹ ਅਸੀਂ ਅੱਗੇ ਡਿਟੇਲ ਦੇ ਵਿੱਚ ਕਰਾਂਗੇ। ਜੇ ਅੱਗੇ ਪੰਜਾਬ ਬੋਰਡ ਦੀ ਕਿਤਾਬ 'ਚ ਨਾ ਆਇਆ ਤਾਂ ਤੁਹਾਨੂੰ ਮੈਂ ਵੱਖਰਾ ਇੱਕ ਇਹਨਾਂ 'ਤੇ ਪੂਰੀ ਵੀਡੀਓ ਬਣਾ ਕੇ ਦੱਸੂਗਾ ਵੀ ਕਿਹਦਾ ਰਾਈਟਰ ਕੌਣ ਸੀਗਾ। ਇਤਿਹਾਸਿਕ ਇਮਾਰਤਾਂ। ਦਿੱਲੀ ਸਲਤਨਤ ਦੇ ਸਮੇਂ ਦੀਆਂ ਇਤਿਹਾਸਿਕ ਇਮਾਰਤਾਂ ਜਿਵੇਂ ਕਿ ਕੁਵਤ ਅਲ ਇਸਲਾਮ ਮਸਜਿਦ, ਅਲਾਈ ਦਰਵਾਜ਼ਾ, ਤੁਗਲਕਾਬਾਦ, ਹੌਜ਼ ਖਾਸ, ਲੋਧੀ ਗੁੰਬਦ, ਫਿਰੋਜ਼ ਸ਼ਾਹ ਕੋਟਲਾ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਬਾਰੇ ਜਾਣਕਾਰੀ ਮਿਲਦੀ ਹੈ। ਇਹ ਵੀ ਅਸੀਂ ਪੂਰਾ ਡਿਟੇਲ 'ਚ ਕਰਾਂਗੇ ਵੀ ਇਹ ਕਿਹੜਾ ਕਿੱਥੇ ਹੈ, ਕਿਹਨੇ ਬਣਾਇਆ ਸੀਗਾ। ਦਾਸ ਵੰਸ਼, ਗੁਲਾਮ ਵੰਸ਼ ਕਿਉਂ ਕੁਤਬੁਦੀਨ ਐਬਕ। ਦਾਸ ਵੰਸ਼ ਇਸ ਨੂੰ ਤਾਂ ਕਿਹਾ ਜਾਂਦਾ ਗਾ, ਪਹਿਲਾਂ ਗੁਲਾਮ ਰੱਖਣ ਦੀ ਇੱਕ ਪ੍ਰਥਾ ਪ੍ਰਚਲਿਤ ਸੀ। ਜੋ ਕੁਤਬੁਦੀਨ ਐਬਕ ਆ ਇਹ ਮੁਹੰਮਦ ਗੌਰੀ ਦਾ ਗੁਲਾਮ ਸੀ। ਮੁਹੰਮਦ ਗੌਰੀ ਨੇ ਇਸ ਨੂੰ ਇੱਕ ਮੰਡੀ ਦੇ ਵਿੱਚੋਂ ਖਰੀਦਿਆ ਸੀ। ਅਤੇ ਫਿਰ ਜੋ ਦਾਸ ਵੰਸ਼, ਜੋ ਗੁਲਾਮ ਵੰਸ਼ ਹੈ, ਇਸ ਦਾ ਜੋ ਪਹਿਲਾ ਸ਼ਾਸਕ ਹੋਇਆ ਉਹ ਕੁਤਬੁਦੀਨ ਐਬਕ ਹੋਇਆ। ਤਾਂ ਇਸ ਤੋਂ ਅੱਗੇ ਇਲਤੁਤਮਿਸ ਹੋਇਆ ਸੀਗਾ, ਉਹ ਕੁਤਬੁਦੀਨ ਐਬਕ ਦਾ ਗੁਲਾਮ ਸੀ। ਤਾਂ ਕਰਕੇ ਜੋ ਇਹ ਵੰਸ਼ ਹੈ, ਇਹ ਡਾਇਨੈਸਟੀ ਹੈ, ਇਸ ਨੂੰ ਸਲੇਵ ਡਾਇਨੈਸਟੀ ਜਾਂ ਦਾਸ ਵੰਸ਼ ਕਿਹਾ ਜਾਂਦਾ ਹੈ। ਮੱਧਕਾਲ ਯੁੱਗ ਦੌਰਾਨ ਭਾਰਤ ਵਿੱਚ ਤੁਰਕ ਰਾਜ ਦਾ ਅਸਲ ਸੰਸਥਾਪਕ ਕੁਤਬੁਦੀਨ ਐਬਕ ਸੀ। ਜੋ ਅਸਲ ਸੰਸਥਾਪਕ ਮੰਨਦੇ ਨੇ ਰੀਅਲ 'ਚ, ਉਹ ਕੁਤਬੁਦੀਨ ਐਬਕ ਸੀ। ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ। ਉਸਨੇ ਗਜ਼ਨੀ ਜੋ ਕਿ ਅਫਗਾਨਿਸਤਾਨ ਦੇ ਵਿੱਚ ਹੈ, ਉਸਨੇ ਗਜ਼ਨੀ ਦੇ ਸ਼ਾਸਕ ਤਜਾਉਦੀਨ ਜ਼ਲਦੋਜ ਦੇ ਪੰਜਾਬ ਦੇ ਹਮਲੇ ਤੋਂ ਰੋਕਣ ਲਈ ਇਸ ਉੱਪਰ ਕਬਜ਼ਾ ਕਰ ਲਿਆ। ਜੋ ਕੁਤਬੁਦੀਨ ਐਬਕ ਸੀਗਾ ਉਸਨੇ ਗਜ਼ਨੀ ਦਾ ਜੋ ਸ਼ਾਸਕ ਸੀਗਾ ਤਾਜਉਦੀਨ ਜ਼ਲਦੋਜ, ਵੀ ਉਹ ਪੰਜਾਬ 'ਤੇ ਹਮਲਾ ਨਾ ਕਰੇ, ਤਾਂ ਉਸਨੇ ਗਜ਼ਨੀ 'ਤੇ ਹੀ ਕਬਜ਼ਾ ਕਰ ਲਿਆ ਸੀ। ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਕੁਤਬੁਦੀਨ ਐਬਕ ਦੀ ਜੋ ਰਾਜਧਾਨੀ ਸੀ ਉਹ ਸੀਗੀ ਲਾਹੌਰ। ਜੋ ਇਸ ਤੋਂ ਅਗਲੇ ਸ਼ਾਸਕ ਹੋਣਗੇ ਉਹਨਾਂ ਦੀ ਰਾਜਧਾਨੀ ਦਿੱਲੀ ਬਣ ਗਈ ਸੀ, ਤਾਂ ਕੁਤਬੁਦੀਨ ਐਬਕ ਦੀ ਰਾਜਧਾਨੀ ਸੀ ਲਾਹੌਰ। ਨਸਰੂਦੀਨ ਕੁਵਾਚਾ ਜਿਸ ਨੇ ਮੁਲਤਾਨ ਅਤੇ ਸਿੰਧ 'ਤੇ ਅਧਿਕਾਰ ਕਰ ਲਿਆ ਸੀ, ਉਸਨੇ ਕੁਤਬੁਦੀਨ ਐਬਕ ਦੀ ਭੈਣ ਨਾਲ ਸ਼ਾਦੀ ਕਰਾਈ। ਕਿਉਂਕਿ ਕੁਤਬੁਦੀਨ ਐਬਕ ਨੂੰ ਇਹ ਸੀ ਵੀ ਕਿਸੇ ਪਾਸਿਓਂ ਵਿਦਰੋਹ ਨਾ ਉੱਠੇ, ਤਾਂ ਜੋ ਤਾਜਉਦੀਨ ਜ਼ਲਦੋਜ ਸੀਗਾ ਗਜ਼ਨੀ ਦਾ ਸ਼ਾਸਕ, ਉਸ 'ਤੇ ਤਾਂ ਇਸਨੇ ਕਬਜ਼ਾ ਹੀ ਕਰ ਲਿਆ ਸੀਗਾ ਅਤੇ ਉਹਨੂੰ ਉੱਥੋਂ ਕੱਢਤਾ ਸੀਗਾ। ਅਤੇ ਜੋ ਮੁਲਤਾਨ ਅਤੇ ਸਿੰਧ 'ਤੇ ਜਿਸ ਨੇ ਅਧਿਕਾਰ ਕਰ ਲਿਆ ਸੀਗਾ ਨਸਰੂਦੀਨ ਕੁਵਾਚਾ, ਤਾਂ ਇਸ ਨੇ ਕੀ ਕੀਤਾ, ਆਪਣੀ ਭੈਣ ਦਾ ਵਿਆਹ ਉਸ ਨਾਲ ਕਰਤਾ ਤਾਂ ਕਿ ਉਹ ਵੀ ਸ਼ਾਂਤ ਰਹੇ। ਠੀਕ ਹੈ ਜੀ। ਕੁਤਬੁਦੀਨ ਐਬਕ ਇੱਕ ਮਹਾਨ ਕਲਾ ਪ੍ਰੇਮੀ ਸੀ। ਉਸਨੇ ਦਿੱਲੀ ਅਤੇ ਅਜਮੇਰ ਵਿੱਚ ਮਸਜਿਦ ਦਿੱਲੀ ਵਿੱਚ ਬਣਾਈ ਸੀ। ਉਹਨੇ ਕੁਵਤ ਉਲ ਇਸਲਾਮ ਅਤੇ ਅਜਮੇਰ 'ਚ ਬਣਾਈ ਸੀ ਕਿ ਢਾਈ ਦਿਨ ਕਾ ਝੋਪੜਾ ਉਹ ਅਜਮੇਰ ਦੇ ਵਿੱਚ ਹੈ, ਢਾਈ ਦਿਨ ਕਾ ਝੋਪੜਾ ਅਜਮੇਰ ਦੇ ਵਿੱਚ ਹੈ, ਅਤੇ ਕੁਵਤ ਉਲ ਇਸਲਾਮ ਹੈਗਾ ਦਿੱਲੀ ਵਿੱਚ। ਇਹ ਦੋਨੇ ਮਸਜਿਦਾਂ ਬਣਾਈਆਂ ਸੀਗੀਆਂ ਕੁਤਬੁਦੀਨ ਐਬਕ ਨੇ। ਦਿੱਲੀ ਵਿੱਚ ਕੁਵਤ ਉਲ ਇਸਲਾਮ ਅਤੇ ਅਜਮੇਰ ਦੇ ਵਿੱਚ ਢਾਈ ਦਿਨ ਕਾ ਝੋਪੜਾ। ਉਸਨੇ ਕੁਤਬ ਮੀਨਾਰ ਦੀ ਉਸਾਰੀ ਵੀ ਸ਼ੁਰੂ ਕਰਾਈ ਸੀ। ਉਸਨੇ ਕੁਤਬ ਮੀਨਾਰ ਦੀ, ਜੋ ਦਿੱਲੀ ਵਿੱਚ ਕੁਤਬ ਮੀਨਾਰ ਹੈ, ਉਸ ਦੀ ਉਸਾਰੀ ਦਾ ਕੰਮ ਕੁਤਬੁਦੀਨ ਐਬਕ ਨੇ। ਕੁਤਬੁਦੀਨ ਐਬਕ ਤੋਂ ਨਾਂ ਹੀ ਉਸ ਦਾ ਕੁਤਬ ਮੀਨਾਰ ਪਿਆ, ਪਰੰਤੂ 1210 ਈਸਵੀ ਵਿੱਚ ਉਸ ਦੀ ਅਚਾਨਕ ਘੋੜੇ ਤੋਂ ਡਿੱਗ ਕੇ ਮਰ ਗਿਆ। ਉਹ ਪੋਲੋ ਖੇਡ ਰਿਹਾ ਸੀਗਾ ਅਤੇ ਘੋੜੇ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ ਸੀ। ਇਹ ਸਾਡਾ ਹੈ ਕੁਤਬ ਮੀਨਾਰ। ਜੇਕਰ ਅਸੀਂ ਇਹਦੀਆਂ ਮੰਜ਼ਿਲਾਂ ਦੀ ਗੱਲ ਕਰੀਏ ਤਾਂ ਦੇਖ ਸਕਦੇ ਹਾਂ ਕਿ
ਇਸ ਦੀਆਂ ਮੰਜ਼ਿਲਾਂ ਹੈਗੀਆਂ ਨੇਗੀਆਂ ਜੀ 1 2 3 4 5। ਤਾਂ ਤੁਸੀਂ ਮੰਜ਼ਿਲਾਂ ਦੇਖ ਲਿਓ ਕਿੰਨੀਆਂ ਨੇਗੀਆਂ। ਕਈ ਵਾਰ ਕੁਐਸਚਨ ਆ ਸਕਦਾ ਵੀ ਕੁਤਬ ਮੀਨਾਰ ਦੀਆਂ ਕਿੰਨੀਆਂ ਮੰਜ਼ਿਲਾਂ ਸਨ। ਕੁਤਬ ਮੀਨਾਰ ਦੀਆਂ 5 ਮੰਜ਼ਿਲਾਂ ਹਨ। ਇਸ ਦਾ ਕੰਮ ਸ਼ੁਰੂ ਕਰਾਇਆ ਸੀਗਾ ਕੁਤਬਉਦੀਨ ਐਬਕ ਨੇ, ਤਾਈਓ ਇਸ ਦਾ ਨਾਮ ਕੁਤਬ ਮੀਨਾਰ ਪਿਆ। ਪਰੰਤੂ 1210 ਈਸਵੀ ਵਿੱਚ ਕੁਤਬਉਦੀਨ ਐਬਕ ਦੀ ਘੋੜੇ ਤੋਂ ਡਿੱਗ ਕੇ ਮੌਤ ਹੋ ਗਈ ਸੀ। ਇਲਤੁਤਮਿਸ ਨੂੰ ਗੁਲਾਮ ਦਾ ਗੁਲਾਮ ਕਿਹਾ ਜਾਂਦਾ, ਕਿਉਂਕਿ ਜੋ ਕੁਤਬਉਦੀਨ ਐਬਕ ਸੀਗਾ ਉਹ ਮੁਹੰਮਦ ਗੌਰੀ ਦਾ ਗੁਲਾਮ ਸੀ, ਅਤੇ ਅੱਗੇ ਇਲਤੁਤਮਿਸ ਗੁਲਾਮ ਸੀਗਾ ਕੁਤਬਉਦੀਨ ਐਬਕ ਦਾ। ਤਾਂ ਕਰਕੇ ਜੋ ਇਲਤੁਤਮਿਸ ਹੈ ਇਸ ਨੂੰ ਗੁਲਾਮ ਦਾ ਗੁਲਾਮ ਵੀ ਕਿਹਾ ਜਾਂਦਾ। ਇਲਤੁਤਮਿਸ ਕੁਤਬਉਦੀਨ ਐਬਕ ਦਾ ਦਾਸ ਸੀ। ਉਸ ਦੀ ਯੋਗਤਾ ਅਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਕੁਤਬਉਦੀਨ ਐਬਕ ਨੇ ਇਲਤੁਤਮਿਸ ਨੂੰ ਅਮੀਰ-ਏ-ਸ਼ਿਕਾਰ ਭਾਵ ਜੋ ਸੈਨਾਪਤੀ ਦਾ ਹੁੰਦਾ ਪਦਵਾ ਉਹ ਦਿੱਤਾ, ਅਮੀਰ-ਏ-ਸ਼ਿਕਾਰ ਦੇ ਪਦ 'ਤੇ ਨਿਯੁਕਤ ਕੀਤਾ, ਅਤੇ ਬਾਅਦ ਦੇ ਵਿੱਚ ਉਸ ਦਾ ਜਵਾਈ ਬਣ ਗਿਆ। ਬਾਅਦ ਦੇ ਵਿੱਚ ਕੁਤਬਉਦੀਨ ਐਬਕ ਨੇ ਕੀ ਕੀਤਾ, ਆਪਣੀ ਪੁੱਤਰੀ ਦਾ ਵਿਆਹ ਇਲਤੁਤਮਿਸ ਨਾਲ ਕਰ ਦਿੱਤਾ। ਦੇਖੋ ਅਸੀਂ ਉੱਧਰ ਕੀਤਾ ਸੀਗਾ, ਇੱਕ ਸੀਗਾ ਨਸਰੁਦੀਨ ਕਵਾਚਾ, ਤਾਂ ਉਸਨੇ ਮੁਲਤਾਨ ਅਤੇ ਸਿੰਧ 'ਤੇ ਅਧਿਕਾਰ ਕਰ ਲਿਆ ਸੀ। ਉਸ ਨੂੰ ਰੋਕਣ ਵਾਸਤੇ ਆਪਣੀ ਭੈਣ ਦਾ ਵਿਆਹ ਉਸ ਦੇ ਨਾਲ ਕਰਤਾ ਸੀ ਕੁਤਬਉਦੀਨ ਐਬਕ ਨੇ। ਅਤੇ ਜੋ ਸੀਗਾ ਤਾਜੁਦੀਨ ਜਲਦੋਜ਼ ਉਸ ਨੂੰ ਹਰਾ ਕੇ ਬਾਹਰ ਕੱਢਤਾ ਸੀ, ਅਤੇ ਉਸਨੇ ਗਜ਼ਨੀ 'ਤੇ ਅਧਿਕਾਰ ਕਰ ਲਿਆ ਸੀ। ਇਹ ਯਾਦ ਰੱਖ ਲਿਓ। ਕੁਤਬਉਦੀਨ ਐਬਕ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਆਰਾਮ ਸ਼ਾਹ ਦਿੱਲੀ ਸਲਤਨਤ ਦਾ ਸ਼ਾਸਕ ਬਣਿਆ, ਜੋ ਕਿ ਇੱਕ ਅਯੋਗ ਸੁਲਤਾਨ ਸੀ। ਇਸ ਕਰਕੇ ਉਸ ਤੋਂ ਪਿੱਛੋਂ ਇਲਤੁਤਮਿਸ ਦਿੱਲੀ ਦਾ ਸੁਲਤਾਨ ਬਣਿਆ। ਕੁਤਬਉਦੀਨ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਸੀਗਾ ਆਰਾਮ ਸ਼ਾਹ, ਉਹ ਸੁਲਤਾਨ ਬਣ ਗਿਆ, ਪਰ ਉਹ ਤੋਂ ਕੋਈ ਜ਼ਿਆਦਾ ਗੱਲ ਨਾ ਬਣੀ। ਤਾਂ ਫਿਰ ਬਾਅਦ ਦੇ ਵਿੱਚ ਇਲਤੁਤਮਿਸ ਦਿੱਲੀ ਦਾ ਸੁਲਤਾਨ ਬਣ ਗਿਆ। ਜੋ ਸੁਲਤਾਨ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸ਼ਾਸਕ। ਉਸਨੇ ਆਰਾਮ ਸ਼ਾਹ ਨੂੰ ਹਰਾਇਆ ਅਤੇ ਉਸ ਨੂੰ ਬੰਦੀ ਬਣਾ ਲਿਆ। ਫਿਰ ਬਾਅਦ 'ਚ ਕੀ ਕਰਤਾ, ਉਹਨੂੰ ਮਾਰਤਾ। ਫਿਰ ਇਲਤੁਤਮਿਸ ਨੇ ਉਸ ਨੂੰ ਮਾਰ ਦਿੱਤਾ। ਇਸ ਕਰਕੇ 1211 ਵਿੱਚ ਇਲਤੁਤਮਿਸ ਦਿੱਲੀ ਦਾ ਸ਼ਾਸਕ ਬਣਿਆ। 1211 ਤੋਂ ਲੈ ਕੇ 1235 ਤੱਕ ਇਹ ਰਿਹਾ, ਅਤੇ ਜੋ ਕੁਤਬਉਦੀਨ ਐਬਕ ਸੀਗਾ ਉਹ 1206 ਤੋਂ ਲੈ ਕੇ 1210 ਤੱਕ ਰਿਹਾ ਸੀਗਾ। 1210 ਵਿੱਚ ਉਸ ਦੀ ਮੌਤ ਹੋ ਗਈ ਸੀ ਅਚਾਨਕ ਘੋੜੇ ਤੋਂ ਡਿੱਗ ਕੇ। ਇਲਤੁਤਮਿਸ ਨੇ ਦਿੱਲੀ ਸਲਤਨਤ ਨੂੰ ਮਜ਼ਬੂਤ ਕਰਨ ਲਈ ਅਮੀਰਾਂ ਉੱਪਰ ਕਾਬੂ ਪਾਇਆ ਜੋ ਦਿੱਲੀ ਸਲਤਨਤ ਦੇ ਵਿਰੁੱਧ ਸਨ। ਉਸਨੇ ਗਜ਼ਨੀ ਦੇ ਤਾਜਉਦੀਨ ਜਲਦੋਜ਼ ਅਤੇ ਮੁਲਤਾਨ ਦੇ ਨਸਰੁਦੀਨ ਕਵਾਚਾ ਨੂੰ ਹਰਾ ਦਿੱਤਾ। ਦੇਖੋ ਕੁਤਬਉਦੀਨ ਐਬਕ ਨੇ ਤਾਂ ਗਜ਼ਨੀ 'ਤੇ ਅਧਿਕਾਰ ਕਰ ਲਿਆ ਸੀਗਾ ਅਤੇ ਜਲਦੋਜ਼ ਨੂੰ ਬਾਹਰ ਕੱਢਤਾ ਸੀ, ਅਤੇ ਜੋ ਕਵਾਚਾ ਸੀਗਾ ਉਸ ਨਾਲ ਆਪਣੀ ਕੁਆਰੀ ਭੈਣ ਦਾ ਵਿਆਹ ਕਰਤਾ ਸੀ। ਤਾਂ ਕਵਾਚਾ ਤੋਂ ਯਾਦ ਕਰ ਲਿਓ, ਕੁਆਰੀ ਆਪਣੀ ਭੈਣ ਦਾ ਵਿਆਹ ਕਰਤਾ ਸੀ। ਅਤੇ ਪਰ ਜਦੋਂ ਉਸ ਦੀ ਮੌਤ ਹੋ ਗਈ ਕੁਤਬਉਦੀਨ ਐਬਕ ਦੀ, ਤਾਂ ਉਹਨਾਂ ਨੇ ਫਿਰ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ। ਉਹ ਆਪਣੇ ਆਪ ਨੂੰ ਦਿੱਲੀ ਦਾ ਸੁਲਤਾਨ ਮੰਨਣ ਲੱਗੇ। ਤਾਂ ਫਿਰ ਇਲਤੁਤਮਿਸ ਨੇ ਕੀ ਕੀਤਾ, ਉਹਨਾਂ ਦੋਨਾਂ ਨੂੰ ਹੀ ਹਰਾ ਦਿੱਤਾ। ਉਸਨੇ ਰਣਥੌਰ, ਗਵਾਲੀਅਰ ਅਤੇ ਉਜੈਨ ਕਿੱਥੇ ਹੈ ਜੀ, ਮੱਧ ਪ੍ਰਦੇਸ਼ ਦੇ ਵਿੱਚ। ਉਸਨੇ ਰਣਥੌਰ, ਗਵਾਲੀਅਰ ਵੀ ਮੱਧ ਪ੍ਰਦੇਸ਼ ਦੇ ਵਿੱਚ ਆ। ਉਸਨੇ ਰਣਥੌਰ, ਗਵਾਲੀਅਰ ਅਤੇ ਉਜੈਨ ਆਦਿ ਵਰਗੇ ਰਾਜਪੂਤਾਂ ਦੇ ਕਿਲ੍ਹਿਆਂ 'ਤੇ ਅਧਿਕਾਰ ਕਰ ਲਿਆ, ਭਾਵ ਮੱਧ ਭਾਰਤ ਤੱਕ ਇਸ ਦਾ ਰਾਜ ਹੋ ਗਿਆ। ਰਣਥੌਰ, ਉਜੈਨ, ਗਵਾਲੀਅਰ ਦੇ ਕਿਲ੍ਹਿਆਂ 'ਤੇ ਅਧਿਕਾਰ ਕਰ ਲਿਆ। ਉਸਨੇ ਆਪਣੇ ਵਿਰੁੱਧ ਬੰਗਾਲ ਦੇ ਵਿਦਰੋਹ ਨੂੰ ਕੁਚਲ ਦਿੱਤਾ। ਇੱਧਰੋਂ ਬੰਗਾਲ ਤੱਕ ਇਸ ਦੀ ਪਕੜ ਹੋ ਗਈ ਅਤੇ ਬੰਗਾਲ 'ਤੇ ਦੁਬਾਰਾ ਕਬਜ਼ਾ ਕਰ ਲਿਆ। ਮੱਧ ਭਾਰਤ ਵਿੱਚ ਹੋ ਗਿਆ ਰਣਥੌਰ, ਗਵਾਲੀਅਰ ਅਤੇ ਉਜੈਨ, ਪੂਰਬ ਵੱਲ ਬੰਗਾਲ ਤੱਕ ਪਹੁੰਚ ਗਿਆ। 1221 ਵਿੱਚ ਉਸਨੇ ਚੰਗੇਜ਼ ਖਾਂ ਦੀ ਅਗਵਾਈ ਹੇਠ ਭਾਰਤ ਨੂੰ ਮੰਗੋਲ ਹਮਲਿਆਂ ਤੋਂ ਬਚਾਇਆ। 1221 ਵਿੱਚ ਜੋ ਚੰਗੇਜ਼ ਖਾਂ ਸੀਗਾ ਉਹ ਆਪਣੇ ਦੁਸ਼ਮਣ ਦਾ ਆਪਣੇ ਦੁਸ਼ਮਣ ਦਾ ਪਿੱਛਾ ਕਰ ਰਿਹਾ ਸੀ, ਅਤੇ ਉਹ ਇਲਤੁਤਮਿਸ ਕੋਲ ਆਉਣ ਬਾਰੇ ਸੋਚਿਆ। ਤਾਂ ਜੋ ਇਲਤੁਤਮਿਸ ਸੀਗਾ ਇਹ ਬੜਾ ਤੇਜ਼ ਸੀਗਾ। ਇਸਨੇ ਸੋਚਿਆ ਵੀ ਜੇਕਰ ਇਸਨੇ ਚੰਗੇਜ਼ ਖਾਂ ਦੇ ਦੁਸ਼ਮਣ ਨੂੰ ਪਨਾਹ ਦਿੱਤੀ ਤਾਂ ਚੰਗੇਜ਼ ਖਾਂ ਜੋ ਕਿ ਖੂੰਖਾਰ ਮੰਗੋਲ ਸਨ ਉਹ ਭਾਰਤ ਉੱਤੇ ਹਮਲਾ ਕਰ ਦੇਗਾ ਅਤੇ ਇਲਤੁਤਮਿਸ ਦੀ ਜੋ ਸ਼ਕਤੀ ਹੈ ਉਹ ਕਮਜ਼ੋਰ ਹੋ ਜਾਏਗੀ। ਤਾਂ ਇਸਨੇ ਕੀ ਕੀਤਾ, ਚੰਗੇਜ਼ ਖਾਂ ਦੇ ਦੁਸ਼ਮਣ ਨੂੰ ਕਹਿ ਦਿੱਤਾ ਕਿ ਭਾਰਤ ਵਿੱਚ ਉਸ ਦੇ ਲਈ ਸਥਿਤੀ ਅਨੁਕੂਲ ਨਹੀਂ, ਤਾਂ ਕਰਕੇ ਉਹ ਉਸ ਨੂੰ ਪਨਾਹ ਨਹੀਂ ਦੇ ਸਕਦਾ। ਤਾਂ ਇਸ ਸਿਆਣਪ ਭਰੀ ਨੀਤੀ ਕਰਕੇ ਚੰਗੇਜ਼ ਖਾਂ ਨੇ ਭਾਰਤ 'ਤੇ ਹਮਲਾ ਨਹੀਂ ਕੀਤਾ। ਤਾਂ 1221 ਵਿੱਚ
ਉਸਨੇ ਚੰਗੇਜ਼ ਖਾਨ ਦੀ ਅਗਵਾਈ ਹੇਠ ਭਾਰਤ ਨੂੰ ਮੰਗੋਲ ਹਮਲੇ ਤੋਂ ਬਚਾਇਆ। ਉਸਨੇ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ, ਜਿਸ ਨੂੰ ਚਾਲੀਸਾ ਕਿਹਾ ਜਾਂਦਾ। ਤਾਂ ਸਿੱਧਾ ਕੁਐਸਚਨ ਆ ਜਾਂਦਾ ਵੀ ਚਾਲੀਸਾ ਕਿਸ ਨੇ ਚਲਾਇਆ ਸੀ? ਇਲਤੁਤਮਿਸ਼ ਨੇ। ਕੀ ਭਾਵ ਆ ਚਾਲੀਸਾ ਦਾ? 40 ਅਮੀਰਾਂ ਦੀ ਨਿਯੁਕਤੀ, ਤਾਂ ਜੋ ਸ਼ਾਸਨ ਪ੍ਰਬੰਧ ਆ ਉਹ ਵਧੀਆ ਚੱਲ ਸਕੇ। ਅਤੇ 1235 ਵਿੱਚ ਇਸ ਦੀ ਮੌਤ ਹੋ ਗਈ ਸੀ ਇਲਤੁਤਮਿਸ਼ ਦੀ। ਇਸ ਨੇ 1211 ਤੋਂ ਲੈ ਕੇ 1235 ਤੱਕ ਰਾਜ ਕੀਤਾ ਸੀ। ਰਜ਼ੀਆ ਸੁਲਤਾਨ। ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ। ਇਲਤੁਤਮਿਸ਼ ਦੀ ਮੌਤ ਪਿੱਛੋਂ ਉਹ ਦਿੱਲੀ ਸਲਤਨਤ ਦੀ ਸ਼ਾਸਕ ਬਣੀ। ਉਸਨੇ 1236 ਤੋਂ 1240 ਈਸਵੀ ਤੱਕ ਰਾਜ ਕੀਤਾ। ਤਾਂ ਦਿੱਲੀ ਸਲਤਨਤ ਦੀ ਪਹਿਲੀ ਅਤੇ ਆਖਰੀ ਔਰਤ ਸੁਲਤਾਨ ਰਹੀ ਹੈਗੀ ਰਜ਼ੀਆ ਸੁਲਤਾਨ, ਪਹਿਲੀ ਅਤੇ ਆਖਰੀ। ਅਤੇ ਹੋਰ ਦਿੱਲੀ ਸਲਤਨਤ ਦੇ ਸਮੇਂ ਕਿਸੇ ਵੀ ਔਰਤ ਨੇ ਸ਼ਾਸਨ ਨਹੀਂ ਕੀਤਾ, ਤਾਂ ਰਜ਼ੀਆ ਸੁਲਤਾਨਾ ਪਹਿਲੀ ਔਰਤ ਸੀ। ਉਸਨੇ 1236 ਤੋਂ 1240 ਈਸਵੀ ਤੱਕ ਰਾਜ ਕੀਤਾ। ਉਸਨੇ ਪ੍ਰਦੇਸ਼ਿਕ ਗਵਰਨਰਾਂ ਦੇ ਵਿਦਰੋਹ ਨੂੰ ਕੁਚਲ ਦਿੱਤਾ, ਪਰੰਤੂ ਅਮੀਰ ਅਤੇ ਫੌਜ ਦੇ ਜਨਰਲ ਉਸ ਦੀ ਆਗਿਆ ਦੀ ਪਾਲਣਾ ਨਹੀਂ ਕਰਦੇ ਸਨ, ਕਿਉਂਕਿ ਉਹ ਇੱਕ ਇਸਤਰੀ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਸਨ। ਇਸਤਰੀ ਭਾਵ ਖਾਤੂਨ। ਉਹ ਕਹਿੰਦੇ ਸੀ ਇੱਕ ਖਾਤੂਨ ਦੇ ਜੋ ਔਰਤ ਹੈਗੀ ਉਸਨੂੰ ਮੁਸਲਮਾਨ ਜੋ ਕੁਆਰੀ ਔਰਤ ਉਸਨੂੰ ਖਾਤੂਨ ਕਹਿੰਦੇ ਨੇ। ਉਹ ਕਹਿੰਦੇ ਸੀ ਖਾਤੂਨ ਦੇ ਅਧੀਨ ਅਸੀਂ ਕੰਮ ਨਹੀਂ ਕਰਦੇ। ਉਹਨਾਂ ਨੇ ਉਸ ਨੂੰ 1240 ਵਿੱਚ ਮਾਰ ਦਿੱਤਾ। ਤਾਂ ਮਾਰਿਆ ਕਿਵੇਂ ਸੀਗਾ? ਜੋ ਰਜ਼ੀਆ ਸੁਲਤਾਨਾ ਸੀ, ਇਸ ਨੇ ਬਠਿੰਡਾ 'ਤੇ ਹਮਲਾ ਕੀਤਾ ਸੀ। ਜੋ ਪੰਜਾਬ ਦਾ ਜ਼ਿਲ੍ਹਾ ਬਠਿੰਡਾ, ਇੱਥੇ ਹਮਲਾ ਕੀਤਾ ਸੀਗਾ। ਅਤੇ ਉੱਥੇ ਸੀਗਾ ਅਲਤੂਨੀਆ, ਅਤੇ ਅਲਤੂਨੀਆ ਤੋਂ ਇਹ ਹਾਰ ਗਈ ਸੀ, ਕਿਉਂਕਿ ਜੋ ਰਜ਼ੀਆ ਸੁਲਤਾਨਾ ਸੀ ਇਹ ਆਪਣੇ ਇੱਕ ਹਫਸੀ ਸੀਗਾ, ਅਤੇ ਉਸ ਨਾਲ ਇਸ ਨੂੰ ਪਿਆਰ ਹੋ ਗਿਆ ਸੀ, ਜਿਸ ਕਰਕੇ ਇਸ ਦੇ ਜੋ ਸਰਦਾਰ ਸੀਗੇ ਉਹ ਇਸ ਤੋਂ ਘਿਰਣਾ ਕਰਨ ਲੱਗੇ ਸਨ ਵੀ ਇੱਕ ਨੀਵੇਂ ਵਿਅਕਤੀ ਨੂੰ ਇਹ ਪਿਆਰ ਕਰਨ ਲੱਗੀ ਹੈ, ਤਾਂ ਉਸ ਦੇ ਅਧੀਨ ਕੰਮ ਕਿਵੇਂ ਕਰਨਾ। ਯਾਕੂਤ ਨਾਂ ਦੇ ਵਿਅਕਤੀ ਨੂੰ ਇਹ ਪਿਆਰ ਕਰਨ ਲੱਗ ਗਈ ਸੀ, ਜਿਸ ਨੂੰ ਇਸ ਦੇ ਸਰਦਾਰ ਸਹਿਣ ਨਹੀਂ ਕਰ ਸਕੇ ਸਨ। ਅਤੇ ਇਸ ਦੇਸ਼ ਦਾ ਜੋ ਪ੍ਰਦੇਸ਼ੀ ਗਵਰਨਰ ਸੀ ਅਲਤੂਨੀਆ, ਉਸਨੇ ਵੀ ਵਿਦਰੋਹ ਕਰ ਦਿੱਤਾ ਸੀ। ਤਾਂ ਰਜ਼ੀਆ ਸੁਲਤਾਨਾ ਉਸ ਦੇ ਵਿਦਰੋਹ ਨੂੰ ਕੁਚਲਣ ਲਈ ਦਿੱਲੀ ਤੋਂ ਬਠਿੰਡਾ ਵੱਲ ਆਈ ਸੀ, ਜਿੱਥੇ ਇਹ ਹਾਰ ਗਈ ਸੀ। ਫਿਰ ਇਹਨੇ ਕੀ ਕੀਤਾ? ਇਹਨੇ ਅਲਤੂਨੀਆ ਨਾਲ ਵਿਆਹ ਕਰਵਾ ਲਿਆ। ਜੋ ਬਠਿੰਡਾ ਦਾ ਗਵਰਨਰ ਸੀ ਅਲਤੂਨੀਆ, ਉਸ ਦੇ ਨਾਲ ਇਸ ਨੇ ਵਿਆਹ ਕਰਵਾ ਲਿਆ ਸੀ। ਅਤੇ ਵਿਆਹ ਕਰਾਉਣ ਤੋਂ ਬਾਅਦ ਜਦੋਂ ਇਹ ਵਾਪਸ ਦਿੱਲੀ ਨੂੰ ਜਾ ਰਹੇ ਸਨ, ਤਾਂ ਇਸ ਦੇ ਜੋ ਅਮੀਰ ਸੀ, ਇਸ ਦੇ ਗਵਰਨਰ ਸੀ ਅਤੇ ਇਸ ਦੇ ਜਰਨਲ ਸੀ, ਉਹਨਾਂ ਨੇ ਇਸ ਨੂੰ ਕੈਂਥਲ ਦੇ ਕੋਲ ਅਲਤੂਨੀਆ ਅਤੇ ਰਜ਼ੀਆ ਸੁਲਤਾਨਾ ਦੋਨਾਂ ਨੂੰ ਮਾਰ ਦਿੱਤਾ ਸੀ 1240 ਵਿੱਚ। ਰਜ਼ੀਆ ਸੁਲਤਾਨਾ ਦੇ ਪਿੱਛੋਂ ਬਹਿਰਾਮ ਸ਼ਾਹ, ਅਲਾਉਦੀਨ ਮਸ਼ਹੂਦ ਸ਼ਾਹ ਅਤੇ ਨਸਰੂਦੀਨ। ਇਹ ਯਾਦ ਕਰ ਲਿਓ। ਦੇਖੋ, ਕੁਤਬਦੀਨ ਐਬਕ ਤੋਂ ਬਾਅਦ ਬਣਿਆ ਸੀਗਾ ਆਰਾਮ ਅਤੇ ਫਿਰ ਇਲਤੁਤਮਿਸ਼ ਦੀ ਪੁੱਤਰੀ ਸੀਗੀ ਰਜ਼ੀਆ ਸੁਲਤਾਨਾ। 1240 ਵਿੱਚ ਉਹ ਮਾਰਤੀ। ਤਾਂ ਫਿਰ ਬਹਿਰਾਮ, ਅਲਾਉਦੀਨ, ਨਸਰੂਦੀਨ। ਇਹ ਯਾਦ ਕਰਨਾ ਗਾ। ਬਹਿਰਾਮ ਸ਼ਾਹ, ਅਲਾਉਦੀਨ ਮਸ਼ਹੂਦ ਸ਼ਾਹ ਅਤੇ ਨਸਰੂਦੀਨ ਆਦਿ ਕਈ ਅਪ੍ਰਸਿੱਧ ਸ਼ਾਸਕ ਸੱਤਾ ਵਿੱਚ ਆਏ। ਇਹ ਫੋਟੋ ਰਜ਼ੀਆ ਸੁਲਤਾਨਾ ਦੀ। ਗਿਆਸੁਦੀਨ ਬਲਬਨ। ਕੀ ਤੁਸੀਂ ਹੱਤਿਆ ਦਾ ਕਾਰਨ ਜਾਣਦੇ ਹੋ? ਮੈਂ ਦੱਸਦਾ ਵੀ ਕੀ ਕਾਰਨ ਸੀਗਾ। ਗਿਆਸੁਦੀਨ ਬਲਬਨ ਤਾਂ 1266 ਤੋਂ ਲੈ ਕੇ 1286 ਤੱਕ। ਦੇਖੋ, 1240 ਦੇ ਵਿੱਚ ਰਜ਼ੀਆ ਸੁਲਤਾਨਾ ਨੂੰ ਮਾਰਤਾ, ਤਾਂ 1240 ਤੋਂ ਲੈ ਕੇ 1266 ਤੱਕ ਇਹ 26 ਸਾਲ ਜੋ ਦਿੱਲੀ ਸਲਤਨਤ ਦੀ ਜੋ ਵਾਂਗਡੋਰ ਸੀ, ਇਹ ਉਹਨਾਂ 40 ਸਰਦਾਰਾਂ ਦੇ, ਉਸ 40 ਦੇ ਹੱਥਾਂ ਹੇਠ ਖੇਡਦੀ ਰਹੀ। ਅਤੇ ਕੋਈ ਵੀ ਸੁਲਤਾਨ ਚੰਗੀ ਤਰ੍ਹਾਂ ਦਿੱਲੀ ਦਾ ਕੰਮ ਨਾ ਕਰ ਸਕਿਆ। ਬਹਿਰਾਮ ਸ਼ਾਹ ਵੀ ਇੰਨਾ ਯੋਗ ਨਾ ਹੋ ਸਕਿਆ, ਅਲਾਉਦੀਨ ਮਸ਼ਹੂਦ ਸ਼ਾਹ ਵੀ ਨਾ ਹੋ ਸਕਿਆ, ਅਤੇ ਨਸਰੂਦੀਨ ਵੀ। ਭਾਵ ਇਹ ਉਹਨਾਂ 40 ਦੇ ਜੋ ਸਰਦਾਰ ਸੀ, ਉਹ 40 ਮੈਂਬਰ ਸੀ, ਉਹਨਾਂ ਦੇ ਹੱਥਾਂ ਦੀ ਕਠਪੁਤਲੀ ਬਣਦੇ ਰਹੇ। ਕਦੇ ਕਿਸੇ ਨੂੰ ਬਣਾਤਾ, ਕਦੇ ਕਿਸੇ ਨੂੰ ਬਣਾਤਾ। ਤਾਂ ਫਿਰ ਅਖੀਰ ਦੇ ਵਿੱਚ ਜੋ ਬਲਬਨ ਸੀ, ਇਸ ਦੇ ਹੱਥ ਸ਼ਕਤੀ ਆ ਗਈ ਸੀ। ਤਾਂ 1266 ਤੋਂ ਲੈ ਕੇ 1286 ਈਸਵੀ ਤੱਕ
ਨਸਰੂਦੀਨ ਦੀ ਮੌਤ ਪਿੱਛੋਂ 1266 ਈਸਵੀ ਵਿੱਚ ਗਿਆਸੁਦੀਨ ਬਲਬਨ ਨੇ ਆਪਣੇ ਆਪ ਨੂੰ ਦਿੱਲੀ ਸਲਤਨਤ ਦਾ ਸੁਲਤਾਨ ਘੋਸ਼ਿਤ ਕਰ ਦਿੱਤਾ। ਉਹ ਦਿੱਲੀ ਸਲਤਨਤ ਦਾ ਮਹਾਨ ਸ਼ਾਸਕ ਸੀ। ਉਸਨੇ ਦਿੱਲੀ ਦੇ ਨੇੜੇ ਮੇਵਾਤੀਆਂ ਦੁਆਰਾ ਫੈਲਾਈ ਹੋਈ ਅਸ਼ਾਂਤੀ ਅਤੇ ਦੁਆਬੇ ਦੇ ਲੁਟੇਰਿਆਂ 'ਤੇ ਕਾਬੂ ਪਾਇਆ। ਜੋ ਬਲਬਨ ਸੀ ਉਸਨੇ ਦਿੱਲੀ ਦੇ ਨੇੜੇ ਮੇਵਾਤੀ ਸੀ ਅਤੇ ਦੁਆਬੇ ਦੇ ਲੁਟੇਰਿਆਂ 'ਤੇ ਕਾਬੂ ਪਾਇਆ। ਉਸਨੇ ਬੰਗਾਲ ਵਿੱਚ ਤੁਗਰਿਲ ਖਾਂ ਦੇ ਵਿਦਰੋਹ ਨੂੰ ਕੁਚਲ ਦਿੱਤਾ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ। ਉਸਨੇ ਫੌਜ ਦਾ ਪੁਨਰਗਠਨ ਕੀਤਾ। ਮੁਗਲ ਹਮਲਿਆਂ ਤੋਂ ਰੱਖਿਆ ਕਰਨ ਲਈ ਉੱਤਰ ਪੱਛਮੀ ਸੀਮਾਵਰਤੀ ਪ੍ਰਾਂਤਾਂ ਵਿੱਚ ਇੱਕ ਵਿਸ਼ੇਸ਼ ਸੈਨਾ ਰੱਖੀ। ਉਸਨੇ ਮੁਗਲਾਂ ਦੇ ਵਿਰੁੱਧ ਇੱਕ ਕਠੋਰ ਨੀਤੀ ਅਪਣਾਈ ਜਿਸ ਨੂੰ ਲਹੂ ਅਤੇ ਲੋਹੇ ਦੀ ਬਲੱਡ ਐਂਡ ਆਇਰਨ, ਇਹ ਕੁਐਸਚਨ ਬਹੁਤ ਵਾਰੀ ਆਇਆ ਵੀ ਬਲੱਡ ਐਂਡ ਆਇਰਨ ਲਹੂ ਅਤੇ ਲੋਹ ਦੀ ਨੀਤੀ ਕਿਸ ਨੇ ਅਪਣਾਈ ਸੀ ਅਤੇ ਕਿਸ ਦੇ ਵਿਰੁੱਧ ਅਪਣਾਈ ਸੀ? ਮੁਗਲਾਂ ਦੇ ਖਿਲਾਫ। ਹੈ ਕੀ ਸੀ? ਇਹ ਸੀਗੀ ਵੀ ਦੋਸ਼ੀ ਨੂੰ ਇੰਨਾ ਤੜਫਾ ਕੇ ਮਾਰਿਆ ਜਾਂਦਾ ਸੀ, ਤਾਂ ਕਿ ਜੋ ਉਹਨੂੰ ਦੇਖਦੇ ਸਨ, ਦੇਖਣ ਵਾਲੇ ਇੰਨਾ ਡਰ ਜਾਣ ਵੀ ਕੋਈ ਦੁਬਾਰਾ ਵਿਦਰੋਹ ਕਰਨ ਦੀ ਕੋਸ਼ਿਸ਼ ਨਾ ਕਰੇ। ਤਾਂ ਮੁਗਲਾਂ ਦੇ ਖਿਲਾਫ ਉਸਨੇ ਇੱਕ ਖਾਸ ਨੀਤੀ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ ਸੀ। ਉਸਨੇ ਸ਼ਾਸਨ ਪ੍ਰਬੰਧ ਵਿੱਚ ਸੁਧਾਰ ਕੀਤੇ। ਉਸਨੇ ਆਪਣੀ ਪ੍ਰਜਾ ਨੂੰ ਪਰੰਤੂ 1286 ਈਸਵੀ ਵਿੱਚ ਗਿਆਸੁਦੀਨ ਬਲਬਨ ਦੀ ਮੌਤ ਹੋ ਗਈ। ਉਸਦੇ ਉੱਤਰਾਧਿਕਾਰੀ ਕਮਜ਼ੋਰ ਅਤੇ ਅਯੋਗ ਹੋਣ ਕਰਕੇ ਜਲਾਲਉਦੀਨ ਖਿਲਜੀ ਦਿੱਲੀ ਸਲਤਨਤ ਦੀ ਰਾਜਗੱਦੀ 'ਤੇ ਬੈਠਾ ਅਤੇ ਦਾਸ ਵੰਸ਼ ਦਾ ਅੰਤ ਹੋ ਗਿਆ ਅਤੇ ਖਿਲਜੀ ਵੰਸ਼ ਦੀ ਸਥਾਪਨਾ ਹੋਈ। ਅਤੇ ਇਸ ਤਰ੍ਹਾਂ ਅਸੀਂ ਇਹ ਦਾਸ ਵੰਸ਼ ਕੀਤਾ। ਅਤੇ ਜੋ ਇਹਦੇ ਮਹਾਨ ਸੀਗੇ, ਸਭ ਤੋਂ ਪਹਿਲਾਂ ਅਸੀਂ ਕੀਤਾ ਕੁਤਬਉਦੀਨ ਐਬਕ, ਫਿਰ ਉਸ ਦਾ ਪੁੱਤਰ ਬਣਿਆ ਸੀ ਆਰਾਮ ਸ਼ਾਹ ਅਤੇ ਉਹਨੂੰ ਮਾਰ ਕੇ ਬਣ ਗਿਆ ਸੀਗਾ ਇਲਤੁਤਮਿਸ਼, ਉਸ ਦਾ ਜਵਾਈ ਕੁਤਬਉਦੀਨ ਐਬਕ ਦਾ। ਫਿਰ ਇਲਤੁਤਮਿਸ਼ ਦੀ ਮੌਤ ਹੋ ਗਈ। ਉਸਦੀ ਪੁੱਤਰੀ ਬਣੀ ਰਜ਼ੀਆ ਸੁਲਤਾਨਾ, 1240 'ਚ ਉਹ ਮਾਰਤੀ। ਫਿਰ ਬਹਿਰਾਮ ਸ਼ਾਹ, ਫਿਰ ਅਲਾਉਦੀਨ ਮਸੂਰ ਸ਼ਾਹ ਅਤੇ ਫਿਰ ਇੱਕ ਸੀਗਾ ਨਸਰੂਦੀਨ। ਤਾਂ ਨਸਰੂਦੀਨ ਨੂੰ ਮਾਰ ਕੇ ਸਾਡਾ ਬਣ ਗਿਆ ਸੀਗਾ ਗਿਆਸੁਦੀਨ ਬਲਬਨ ਅਤੇ 1286 ਈਸਵੀ ਵਿੱਚ ਉਸਦੀ ਮੌਤ ਹੋ ਗਈ। ਉਸਦੇ ਉੱਤਰਾਧਿਕਾਰੀ ਅਯੋਗ ਸਨ, ਜਿਸ ਕਰਕੇ ਜਲਾਲਉਦੀਨ ਨੇ ਖਿਲਜੀ ਵੰਸ਼ ਦੀ ਨੀਂਹ ਰੱਖੀ ਸੀ, ਜੋ ਅਸੀਂ ਅਗਲੀ ਵੀਡੀਓ ਰਾਹੀਂ